ਜਦੋਂ ਸਾਡੇ ਬਜ਼ੁਰਗ ਸੜਕਾਂ ਦੇ ਉੱਤੇ ਬੈਠੇ ਆ, ਇਹ ਸੱਟਾਂ ਮੈਨੂੰ ਮਤਲਬ ਕਿ ਕੋਈ ਅਹਿਮੀਅਤ ਨਹੀਂ ਰੱਖਦੀਆਂ ਹੈਗੀਆਂ ਕਿ ਸੱਟਾਂ ਸੁੱਟਾਂ 'ਤੇ ਵੱਜਦੀਆਂ ਰਹਿੰਦੀਆਂ। ਮਾਤਾ ਆਪਣੀ ਨੂੰ ਵੇਖਿਆ, ਮੈਂ ਕਿਹਾ ਇੱਥੇ ਬਈ ਰੋਣਗੇ ਮੈਨੂੰ ਵੇਖ ਕੇ, ਲੇਕਿਨ ਉਹਨਾਂ ਦੀ ਅੱਖ 'ਚੋਂ ਪਾਣੀ ਨਹੀਂ ਆਇਆ। ਉਹਨਾਂ ਦੇ ਮੇਰੇ ਬਈ ਸਿਰ 'ਤੇ ਹੱਥ ਰੱਖਿਆ, ਉਹਨੇ ਆਖਿਆ ਕੁਛ ਨਹੀਂ ਹੁੰਦਾ ਹੈਗਾ, ਇੰਨੀਆਂ ਕੁ 'ਤੇ ਵੱਜਦੀਆਂ ਜੱਟਾਂ ਦੇ ਪੁੱਤਰਾਂ ਨੂੰ, ਜੇ ਇੰਨੀਆਂ ਕੋਈ ਸੱਟਾਂ ਨਾ ਵੱਜੀਆਂ ਤਾਂ ਫਿਰ ਜੱਟ ਕਿੰਨੇ ਗਏ। ਸਿਸਟਰ ਮੇਰੇ ਰੋਣ ਲੱਗ ਪਿਆ, ਲੇਕਿਨ ਜਿਹੜੇ ਮਾਤਾ ਮੇਰੀ ਸੀ, ਫਿਰ ਮੇਰਾ ਆਪਣੀ ਮਾਤਾ ਨੂੰ ਵੇਖ ਕੇ ਮੇਰਾ ਹੌਸਲਾ ਹੋਰ ਜ਼ਿਆਦਾ ਵੱਧ ਗਿਆ, ਮੇਰੇ ਫਾਦਰ ਸਾਹਿਬ ਨੂੰ ਵੇਖ ਕੇ ਮੇਰਾ ਹੌਸਲਾ ਹੋਰ ਜ਼ਿਆਦਾ ਵੱਧ ਗਿਆ। ਸਾਡੇ ਹੱਕਾਂ ਦੀ ਲੜਾਈ ਆ, ਆਉਣ ਵਾਲੇ ਪੀੜ੍ਹੀਆਂ ਦਾ ਭਲਾ ਹੈ ਇਹਦੇ ਵਿੱਚ, ਉਹਨਾਂ ਵਾਸਤੇ ਲੜ ਰਹੇ ਹਾਂ, ਲੜਦੇ ਰਵਾਂਗੇ। ਸਾਡੇ ਬਜ਼ੁਰਗ ਵੇਖ ਸਕਦੇ ਹੋ ਚਾਰ ਚੁਫੇਰੇ ਬੈਠੇ ਹੋਏ ਨੇ, ਉਹਨਾਂ ਦੇ ਹੌਸਲੇ ਬੁਲੰਦ ਨੇ, ਤੇ ਅਸੀਂ ਕਿਵੇਂ ਹੌਸਲੇ ਛੱਡ ਜਾਵਾਂਗੇ। ਪਰਿਵਾਰ ਕੀ ਕਹਿੰਦਾ ਤੇ ਹਸਪੀਟਲ ਤੋਂ ਛੁੱਟੀ ਕਦੋਂ ਮਿਲੀ? ਐਕਚੁਅਲੀ ਹਸਪੀਟਲ ਵਾਲੇ ਤਾਂ ਹਰਾਸਮੈਂਟ ਕਰ ਰਹੇ ਸੀ, ਹਸਪੀਟਲ ਵਾਲੇ ਛੁੱਟੀ ਨਹੀਂ ਦੇ ਰਹੇ ਸੀ। ਜਿਹੜਾ ਹਸਪੀਟਲ ਦਾ ਡਾਕਟਰ ਸੀਗਾ ਉਹ ਬੀਜੇਪੀ ਦਾ ਹੈਗਾ ਆ, ਪੱਕਾ ਬੀਜੇਪੀ ਦਾ ਹੈਗਾ ਆ। ਉਹ ਜਾਣ ਕੇ ਮੈਨੂੰ ਪਰੇਸ਼ਾਨ ਕਰ ਰਿਹਾ ਸੀ, ਹਰਾਸਮੈਂਟ ਕਰ ਰਿਹਾ ਸੀ, ਪਰ ਮੈਂ ਕਿਹਾ ਸੀ ਕਿ ਮੈਂ ਰਹਿਣਾ, ਅੱਜ ਤੇ ਮੈਂ ਰਹਿਣਾ ਹੀ ਨਹੀਂ ਹੈਗਾ। ਪਰ ਮੈਂ ਖੁਦ ਹੀ ਨਿਕਲ ਕੇ ਆਪਣਾ ਧਰਨੇ ਵਿੱਚ ਆਇਆ। ਮੈਂ ਕਿਹਾ ਮੈਂ ਅੰਦਰ ਨਹੀਂ, ਕਿਉਂਕਿ ਅੰਦਰ ਜੋ ਸੀਗਾ ਉਹ ਕੁਛ ਉਹਨਾਂ ਦਾ ਰਵੱਈਆ ਕੁਛ ਹੋਰ ਤਰ੍ਹਾਂ ਦਾ ਸੀ। ਪਰੇਸ਼ਾਨ ਕਰਨਾ, ਤੰਗ ਕਰਨਾ, ਵੀਡੀਓਗ੍ਰਾਫੀ ਕਰਨੀ, ਰਾਤ ਦੇ ਸਮੇਂ 'ਤੇ ਮੈਂ ਸੁੱਤੇ ਪਏ ਦੀ ਵੀਡੀਓਗ੍ਰਾਫੀ ਕਰਕੇ ਬਾਹਰ ਭੇਜਣੀ, ਮੇਰੇ ਤੋਂ ਗੱਲਾਂ ਪੁੱਛਣ ਲੱਗ ਜਾਣਾ ਕਰਨਾ, ਪਰ ਮੈਂ ਕੁਛ ਨਹੀਂ ਬੋਲਣਾ, ਮੈਂ ਹੱਥਾਂ ਨਾਲ ਹੀ ਇਸ਼ਾਰੇ ਕਰਨੇ, ਕਿਉਂਕਿ ਮੈਂ ਦੱਸਣਾ ਹੀ ਨਹੀਂ ਚਾਹੁੰਦਾ ਸੀ। ਕਿਉਂਕਿ ਉਹਨਾਂ ਦੇ ਜੇਬ ਦੇ ਵਿੱਚ ਜਿਹੜਾ ਮੋਬਾਈਲ ਸੀ ਉਹਦੇ ਵਿੱਚ ਰਿਕਾਰਡਿੰਗ ਲੱਗੀ ਹੋਈ ਸੀ, ਕਿਉਂਕਿ 2 ਦਿਨ ਪਹਿਲਾਂ ਮੈਂ ਫੜ ਚੁੱਕਿਆ ਸੀ ਉਹਨਾਂ ਦਾ ਮੋਬਾਈਲ। ਉਹ ਮੇਰੇ ਤੋਂ ਵਾਰ-ਵਾਰ ਆਹੀ ਸਵਾਲ ਪੁੱਛਦੇ ਸਨ ਕਿ ਤੁਸੀਂ ਭਿੰਡਰਾਂ ਵਾਲੇ ਸੰਤਾਂ ਨੂੰ ਕੀ ਸਮਝਦੇ ਹੋ, ਤੇ ਚਲੇ ਗਏ ਆ ਬਹੁਤ ਸਮੇਂ ਦੇ, ਤੁਸੀਂ ਅੱਜ ਵੀ ਉਹਨਾਂ ਨੂੰ ਫੋਲੋ ਕਰਦੇ ਹੋ। ਮੈਂ ਕਿਹਾ ਤੁਹਾਨੂੰ ਕਿਵੇਂ ਪਤਾ ਕਿ ਮੈਂ ਉਹਨਾਂ ਨੂੰ ਫੋਲੋ ਕਰਦਾ ਹਾਂ, ਤੁਹਾਨੂੰ ਕੀ ਸ਼ੱਕ ਹੈ ਦੱਸੋ ਮੈਨੂੰ। ਕਹਿੰਦੇ ਤੁਹਾਡੇ ਅਸੀਂ ਫੇਸਬੁੱਕ ਦੇ ਰਾਹੀਂ ਦੇਖਿਆ ਕਿ ਤੁਸੀਂ ਟੀ-ਸ਼ਰਟ ਉਹਨਾਂ ਦੀ ਪਾਈ ਹੋਈ ਹੈ। ਕਰਨਾਲ ਦੇ ਬਸਤਾੜਾ ਟੋਲ ਪਲਾਜ਼ੇ ਤੇ ਕਿਸਾਨਾਂ ਤੇ ਲਾਠੀਚਾਰਜ ਕੀਤਾ ਸੀ ਹਰਿਆਣਾ ਪੁਲਿਸ ਨੇ, ਔਰ ਗੁਰਜੰਟ ਦੇ ਵੀ ਸੱਟਾਂ ਵੱਜੀਆਂ ਸੀ। ਗੁਰਜੰਟ ਦੀ ਇੱਕ ਅੱਖ ਦੀ ਰੋਸ਼ਨੀ ਬਹੁਤ ਘਟ ਗਈ ਹੈ, ਔਰ ਉਸੇ ਥਾਂ ਤੇ ਜਿੱਥੇ ਕਿਸਾਨਾਂ ਨੇ ਮਿਨੀ ਸੈਕਟਰੀਏਟ ਦੇ ਬਾਹਰ ਧਰਨਾ ਲਾਇਆ, ਗੁਰਜੰਟ ਵੀ ਪਹੁੰਚ ਚੁੱਕਿਆ ਹੈ, ਕਿਉਂਕਿ ਮੰਗਾਂ ਕਿਸਾਨਾਂ ਦੀਆਂ ਨੇ ਕਿ ਇੱਕ ਕਿਸਾਨ ਉਸ ਦਿਨ ਲਾਠੀਚਾਰਜ ਜੋ ਸ਼ਹੀਦ ਹੋਇਆ ਸੀ ਉਸਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ, ਨੌਕਰੀ ਦਿੱਤੀ ਜਾਵੇ, ਤੇ ਜੋ ਐਸਡੀਐਮ ਸੀ ਜੋ ਕਹਿ ਰਿਹਾ ਸੀਗਾ ਕਿ ਸਿਰ ਪਾੜ ਦਿੱਤੇ ਜਾਣ, ਉਸ ਦੇ ਖਿਲਾਫ ਵੀ ਐਕਸ਼ਨ ਲਿਆ ਜਾਵੇ। ਗੁਰਜੰਟ ਸਾਡੇ ਨਾਲ ਨੇ। ਗੁਰਜੰਟ, ਅੱਜ ਫਿਰ ਧਰਨੇ ਦੇ ਵਿੱਚ ਪਹੁੰਚ ਗਏ ਹੋ, ਸਿਹਤ ਠੀਕ ਹੋ ਗਈ ਹੈ ਹੁਣ? ਧਰਨਾ ਸਾਨੂੰ ਜ਼ਰੂਰੀ ਆ, ਸਿਹਤ ਤਾਂ ਸਾਨੂੰ ਜ਼ਰੂਰੀ ਨਹੀਂ ਹੈਗਾ, ਸਿਹਤ ਠੀਕ ਹੋਵੇ ਜਾਂ ਨਾ ਹੋਵੇ, ਲੇਕਿਨ ਧਰਨਾ ਸਾਨੂੰ ਜ਼ਰੂਰੀ ਆ, ਕਿਉਂਕਿ ਸਾਡੇ ਹੱਕਾਂ ਉੱਤੇ ਡਾਕੇ ਵੱਜ ਰਹੇ ਨੇ, ਸਾਡੀ ਧਰਤੀ ਉੱਤੇ, ਸਾਡੇ ਬਾਬੇ ਨਾਨਕ ਦੀ ਦਿੱਤੀ ਹੋਈ ਖੇਤੀ ਉੱਤੇ, ਧਰਤੀ ਉੱਤੇ ਡਾਕੇ ਵੱਜ ਰਹੇ ਨੇ। ਇਹ ਅਸੀਂ ਡਾਕੇ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ, ਚਾਹੇ ਕੁਛ ਵੀ ਹੋ ਜਾਏ, ਚਾਹੇ ਸਿਹਤ 'ਤੇ ਜਿੰਨਾ ਮਰਜ਼ੀ ਲੋੜ ਪੈ ਜਾਏ, ਜਿੰਨਾ ਮਰਜ਼ੀ ਅਸਰ ਪੈ ਜਾਏ, ਅਸੀਂ ਪਿੱਛੇ ਨਹੀਂ ਹਟਾਂਗੇ ਜਿੰਨਾ ਚਿਰ ਕਿਸਾਨੀ ਅੰਦੋਲਨ ਜਿੱਤ ਨਹੀਂ ਲੈਂਦੇ ਹੈਗੇ। ਤੁਹਾਡੇ ਸਿਰ ਤੇ ਵੀ ਡੰਡਾ ਵੱਜਿਆ ਸੀ, ਡਾਂਗਾ ਮਾਰ ਰਹੇ ਸੀ ਪੁਲਿਸ ਦੇ ਮੁਲਾਜ਼ਮ, ਉਹ ਵੀਡੀਓ ਵੀ ਬੜਾ ਵਾਇਰਲ ਹੋਇਆ ਸੀ। ਅੱਖ ਦੀ ਰੋਸ਼ਨੀ ਕਿੱਦਾਂ ਹੁਣ? ਐਕਚੁਅਲੀ ਸਰ, ਅੱਖ ਦੀ ਰੋਸ਼ਨੀ ਤਾਂ ਇੱਕਦਮ ਤੇ ਕਵਰ ਨਹੀਂ ਹੋਏਗੀ ਕਦੇ ਵੀ, ਚਾਹੇ ਕੋਈ ਜਿੰਨਾ ਵੱਡਾ ਮਰਜ਼ੀ ਬਈ ਡਾਕਟਰ ਹੋਵੇ, ਕੁਝ ਸਮਾਂ ਲੱਗੇਗਾ, 6 ਮਹੀਨੇ ਜਾਂ 7 ਮਹੀਨੇ ਲੱਗਣਗੇ। ਜੇ ਆਪਾਂ ਸੋਚੀਏ ਕਿ ਕਿਸੇ ਵੱਡੇ ਡਾਕਟਰ ਨੂੰ ਵਿਖਾਈਏ ਇੱਕਦਮ ਕਵਰ ਹੋ ਜਾਏਗੀ, ਉਹ ਪੋਸੀਬਲ ਨਹੀਂ ਹੈਗਾ ਆ, ਕਿਉਂਕਿ ਇਹ ਅੱਖ ਦਾ ਕੰਮ ਹੈ, ਇੱਕ ਨਾਜ਼ੁਕ ਥਾਂ ਤੇ ਡੰਡਾ ਵੱਜਾ ਹੋਇਆ। ਹੁਣ ਹਜੇ ਤੱਕ ਸਟੀਚਿੰਗ ਹੋਈ ਹੈ, 8 ਦਿਨਾਂ ਦੇ ਵਿੱਚ ਟਾਂਕੇ ਨਹੀਂ ਖੁੱਲੇ, ਅੱਖ ਕਿਵੇਂ ਕਵਰ ਹੋ ਜਾਏਗੀ? ਅੱਖ ਐਵੇਂ ਨਹੀਂ ਕਵਰ ਹੋਏਗੀ, ਕਿਉਂਕਿ ਟਾਈਮ ਲੱਗੇਗਾ ਇੰਨਾ। ਆਪ ਜੀ ਵੀ ਸਮਝਦਾਰ ਹੋ, ਸਾਰੇ ਹੀ ਸਮਝਦਾਰ ਨੇ, ਤੇ ਅੱਖ ਦੇ ਵਿੱਚ ਹਜੇ ਟਾਈਮ ਲੱਗੇਗਾ। ਜਿਹੜਾ ਪ੍ਰੋਸੀਜਰ ਲੰਮਾ ਚੱਲੇਗਾ, ਇਹਦਾ ਆਪਰੇਸ਼ਨ ਵੀ ਹੋ ਸਕਦਾ ਹੈ, ਅੱਖ ਦਾ ਲੈਂਸ ਵੀ ਪੈ ਸਕਦਾ ਹੈ। ਇਹ ਮੈਂ ਆਪ ਜੀ ਦੀ ਰਿਪੋਰਟ ਦੇ ਥਾਂ ਦੱਸ ਰਿਹਾ ਹਾਂ ਕਿ ਇਹਦਾ ਆਪਰੇਸ਼ਨ ਹੋ ਸਕਦਾ। ਪਰਿਵਾਰ ਕੀ ਕਹਿੰਦਾ ਤੇ ਹਸਪੀਟਲ ਤੋਂ ਛੁੱਟੀ ਕਦੋਂ ਮਿਲੀ? ਐਕਚੁਅਲੀ ਹਸਪੀਟਲ ਵਾਲੇ ਤਾਂ ਹਰਾਸਮੈਂਟ ਕਰ ਰਹੇ ਸੀ, ਹਸਪੀਟਲ ਵਾਲੇ ਛੁੱਟੀ ਨਹੀਂ ਦੇ ਰਹੇ ਸੀ, ਲੇਕਿਨ ਮੈਂ ਜ਼ਬਰਦਸਤੀ ਛੁੱਟੀ ਨਹੀਂ ਦਿੱਤੀ ਉਹਨਾਂ ਨੇ, ਪਰ ਮੈਂ ਖੁਦ ਹੀ ਨਿਕਲ ਕੇ ਆਪਣਾ ਧਰਨੇ ਵਿੱਚ ਆਇਆ। ਮੈਂ ਕਿਹਾ ਮੈਂ ਅੰਦਰ ਨਹੀਂ, ਕਿਉਂਕਿ ਅੰਦਰ ਜੋ ਸੀਗਾ ਉਹ ਕੁਛ ਉਹਨਾਂ ਦਾ ਰਵੱਈਆ ਕੁਛ ਹੋਰ ਤਰ੍ਹਾਂ ਦਾ ਸੀ। ਪਰੇਸ਼ਾਨ ਕਰਨਾ, ਤੰਗ ਕਰਨਾ, ਵੀਡੀਓਗ੍ਰਾਫੀ ਕਰਨੀ, ਰਾਤ ਦੇ ਸਮੇਂ 'ਤੇ ਮੈਂ ਸੁੱਤੇ ਪਏ ਦੀ ਵੀਡੀਓਗ੍ਰਾਫੀ ਕਰਕੇ ਬਾਹਰ ਭੇਜਣੀ। ਕਿਹਨੂੰ ਭੇਜਦੇ ਸੀ ਆਈ ਡੋਂਟ ਨੋ, ਮੈਂ ਨਹੀਂ ਜਾਣਦਾ ਕਿਸੇ ਨੂੰ ਕਿ ਕਿਹਨੂੰ ਭੇਜਦੇ ਸੀ, ਕਿਹਨੂੰ ਨਹੀਂ ਸਨ ਭੇਜਦੇ ਹੈਗੇ। ਵੀਡੀਓ ਬਣਾਉਂਦਾ ਸੀ ਹਸਪੀਟਲ ਦੇ ਮੁਲਾਜ਼ਮ ਸੀ ਜਾਂ ਕੌਣ? ਕਈ ਵਾਰੀ ਨਰਸਾਂ ਬਣਾਉਂਦੀਆਂ ਸੀਗੀਆਂ, ਕਈ ਵਾਰੀ ਮੋਬਾਈਲ ਦੇ ਵਿੱਚ ਮੈਨੂੰ ਚੈੱਕ ਕਰਨ ਆਉਂਦੀਆਂ ਸੀਗੀਆਂ, BP ਚੈੱਕ ਕਰਨ ਆਉਂਦੀਆਂ ਹਨ, ਤੇ ਮੋਬਾਈਲ ਦੇ ਵਿੱਚ ਰਿਕਾਰਡ ਲਾ ਕੇ ਤੇ ਮੇਰੇ ਕੋਲ ਆ ਜਾਣਾ ਕਰਨਾ, ਮੇਰੇ ਤੋਂ ਗੱਲਾਂ ਪੁੱਛਣ ਲੱਗ ਜਾਣਾ ਕਰਨਾ, ਪਰ ਮੈਂ ਕੁਛ ਨਹੀਂ ਬੋਲਣਾ, ਮੈਂ ਹੱਥਾਂ ਨਾਲ ਹੀ ਇਸ਼ਾਰੇ ਕਰਨੇ, ਕਿਉਂਕਿ ਮੈਂ ਦੱਸਣਾ ਹੀ ਨਹੀਂ ਚਾਹੁੰਦਾ ਸੀ। ਕਿਉਂਕਿ ਉਹਨਾਂ ਦੇ ਜੇਬ ਦੇ ਵਿੱਚ ਜਿਹੜਾ ਮੋਬਾਈਲ ਸੀ ਉਹਦੇ ਵਿੱਚ ਰਿਕਾਰਡਿੰਗ ਲੱਗੀ ਹੋਈ ਸੀ, ਕਿਉਂਕਿ 2 ਦਿਨ ਪਹਿਲਾਂ ਮੈਂ ਫੜ ਚੁੱਕਿਆ ਸੀ ਉਹਨਾਂ ਦਾ ਮੋਬਾਈਲ, ਕਿ ਉਹ ਮੇਰੇ ਤੋਂ ਕੀ ਕਰਵਾਉਣਾ ਚਾਹੁੰਦੇ। ਉਹ ਮੇਰੇ ਤੋਂ ਵਾਰ-ਵਾਰ ਆਹੀ ਸਵਾਲ ਪੁੱਛਦੇ ਸਨ ਕਿ ਤੁਸੀਂ ਭਿੰਡਰਾਂ ਵਾਲੇ ਸੰਤਾਂ ਨੂੰ ਕੀ ਸਮਝਦੇ ਹੋ, ਤੇ ਚਲੇ ਗਏ ਆ ਬਹੁਤ ਸਮੇਂ ਦੇ, ਤੁਸੀਂ ਅੱਜ ਵੀ ਉਹਨਾਂ ਨੂੰ ਫੋਲੋ ਕਰਦੇ ਹੋ। ਮੈਂ ਕਿਹਾ ਤੁਹਾਨੂੰ ਕਿਵੇਂ ਪਤਾ ਕਿ ਮੈਂ ਉਹਨਾਂ ਨੂੰ ਫੋਲੋ ਕਰਦਾ ਹਾਂ, ਤੁਹਾਨੂੰ ਕੀ ਸ਼ੱਕ ਹੈ ਦੱਸੋ ਮੈਨੂੰ। ਕਹਿੰਦੇ ਤੁਹਾਡੇ ਅਸੀਂ ਫੇਸਬੁੱਕ ਦੇ ਰਾਹੀਂ ਦੇਖਿਆ ਕਿ ਤੁਸੀਂ ਟੀ-ਸ਼ਰਟ ਉਹਨਾਂ ਦੀ ਪਾਈ ਹੋਈ ਹੈ। ਮੈਂ ਕਿਹਾ ਰਾਈਟ ਬਣਦਾ ਆ ਕਿ ਉਹ ਸਿੱਖਾਂ ਦੇ ਰੋਲ ਮਾਡਲ ਰਹੇ ਨੇ, ਉਹ ਰਹਿਣਗੇ।
ਗੁਰਜੰਟ ਜ਼ਬਰਦਸਤੀ ਆ ਗਏ ਹੋ, ਫਿਰ ਪਰਿਵਾਰ ਨੇ ਨਹੀਂ ਕਿਹਾ ਵੀ ਹਸਪੀਟਲ 'ਚ ਰਹਿਣਾ ਚਾਹੀਦਾ ਸੀ ਥੋੜੇ ਦਿਨ ਹੋਰ? ਪਰਿਵਾਰ ਨੇ ਕੁਝ ਨਹੀਂ ਕਿਹਾ। ਪਰਿਵਾਰ ਪਹਿਲਾਂ ਹੀ ਛੁੱਟੀ ਲੈ ਰਿਹਾ ਸੀ, ਲਾਮਾ ਲਿਖਣ ਦੀ ਕੋਸ਼ਿਸ਼ ਕਰ ਰਹੇ ਸੀ, ਮੇਰੀ ਮੰਮਾ ਮੇਰੇ ਫਾਦਰ ਸਾਹਿਬ। ਲੇਕਿਨ ਜਿਹੜਾ ਹਸਪੀਟਲ ਦਾ ਡਾਕਟਰ ਸੀਗਾ ਉਹ ਬੀਜੇਪੀ ਦਾ ਹੈਗਾ ਆ, ਪੱਕਾ ਬੀਜੇਪੀ ਦਾ ਹੈਗਾ ਆ। ਉਹ ਜਾਣ ਕੇ ਮੈਨੂੰ ਪਰੇਸ਼ਾਨ ਕਰ ਰਿਹਾ ਸੀ, ਹਰਾਸਮੈਂਟ ਕਰ ਰਿਹਾ ਸੀ। ਪਰ ਮੈਂ ਕਿਹਾ ਸੀ ਕਿ ਮੈਂ ਰਹਿਣਾ, ਅੱਜ ਤੇ ਮੈਂ ਰਹਿਣਾ ਹੀ ਨਹੀਂ ਹੈਗਾ। ਜਦੋਂ ਸਾਡੇ ਬਜ਼ੁਰਗ ਸੜਕਾਂ ਦੇ ਉੱਤੇ ਬੈਠੇ ਆ, ਇਹ ਸੱਟਾਂ ਮੈਨੂੰ ਮਤਲਬ ਕਿ ਕੋਈ ਅਹਿਮੀਅਤ ਨਹੀਂ ਰੱਖਦੀਆਂ ਹੈਗੀਆਂ ਕਿ ਸੱਟਾਂ ਤੇ ਵੱਜਦੀਆਂ ਰਹਿੰਦੀਆਂ। ਜਦੋਂ ਮੇਰੀ ਮਾਤਾ ਨਹੀਂ, ਜਦੋਂ ਮੈਨੂੰ ਸੱਟਾਂ ਵੱਜੀਆਂ, ਮੇਰੀ ਮਾਤਾ ਨੇ ਹੀ ਮੈਨੂੰ ਕਹਿ ਦਿੱਤਾ ਸੀ ਕੋਈ ਗੱਲ ਨਹੀਂ, ਇੰਨੀਆਂ ਕੋ ਤਾਂ ਫਿਰ ਅੱਗੇ ਹੋ ਜੇ, ਤੇ ਖਾਣੀਆਂ ਹੀ ਪੈਂਦੀਆਂ ਨੇ। ਸ਼ੁਰੂ ਤੋਂ ਬਚਪਨ 'ਚ ਇੰਨੀ ਮਾਰ ਖਾਈ ਦੀ ਹੁੰਦੀ ਸੀ, ਜੇ ਇੰਨੀਆਂ ਕੋ ਸੱਟਾਂ ਵੱਜ ਗਈਆਂ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ। ਤਾਂ ਇਹ ਗੱਲਾਂ ਕਹੀਆਂ ਤੁਹਾਨੂੰ? ਬੜਾ ਜ਼ਬਰਦਸਤ ਹੌਸਲਾ, ਬੜਾ ਵੱਡਾ ਹੌਸਲਾ ਮਾਤਾ ਦਾ। ਮਾਤਾ ਜੀ ਨੇ ਅੱਖ 'ਚੋਂ ਪਾਣੀ ਵੀ ਨਹੀਂ ਗਿਰਿਆ ਹੈਗਾ, ਸਗੋਂ ਮੈਨੂੰ ਵੇਖ ਕੇ ਮੇਰੀ ਅੱਖ 'ਚੋਂ ਪਾਣੀ ਆ ਗਿਆ। ਮਾਤਾ ਆਪਣੀ ਨੂੰ ਵੇਖ ਕੇ ਮੈਂ ਕਿਹਾ ਤੇ ਬਈ ਰੋਣਗੇ ਮੈਨੂੰ ਵੇਖ ਕੇ, ਲੇਕਿਨ ਉਹਨਾਂ ਦੀ ਅੱਖ 'ਚੋਂ ਪਾਣੀ ਨਹੀਂ ਆਇਆ। ਉਹਨਾਂ ਦੇ ਮੇਰੇ ਬਈ ਸਿਰ ਤੇ ਹੱਥ ਰੱਖਿਆ, ਉਹਨਾਂ ਨੇ ਕਿਹਾ ਕੁਛ ਨਹੀਂ ਹੁੰਦਾ ਹੈਗਾ, ਇੰਨੀਆਂ ਕੁ ਤੇ ਵੱਜਦੀਆਂ ਜੱਟਾਂ ਦੇ ਪੁੱਤਰਾਂ ਨੂੰ, ਜੇ ਇੰਨੀਆਂ ਕੋ ਸੱਟਾਂ ਨਾ ਵੱਜੀਆਂ ਤੇ ਫਿਰ ਜੱਟ ਕਿੰਨੇ ਕਹਿਣਾ। ਇਹ ਤਾਂ ਮਾਂ ਦਾ ਤਾਂ ਪੁੱਤ ਦੇ ਨਾਲ ਬਹੁਤ ਪ੍ਰੇਮ ਹੁੰਦਾ, ਬੱਚਿਆਂ ਨਾਲ ਬਹੁਤ ਪ੍ਰੇਮ ਹੁੰਦਾ, ਭਾਵੇਂ ਪੁੱਤ ਹੋਵੇ ਭਾਵੇਂ ਧੀ ਹੋਵੇ। ਕਿਉਂਕਿ ਬੱਚੇ ਨੂੰ ਮਾੜੀ ਜਿਹੀ ਵੀ ਸੱਟ ਲੱਗਦੀ ਆ ਤਾਂ ਮਾਂ ਦਾ ਕਲੇਜਾ ਨਿਕਲ ਨੂੰ ਕਰਦਾ ਮਾਰ, ਪਰ ਮਾਂ ਦਾ ਤਾਂ ਬਹੁਤ ਵੱਡਾ ਜ਼ੇਰਾ ਫਿਰ। ਹਾਂਜੀ ਸਿਸਟਰ ਮੇਰੇ ਰੋਣ ਲੱਗ ਪਿਆ, ਲੇਕਿਨ ਜਿਹੜੇ ਮਾਤਾ ਮੇਰੀ ਸੀ, ਫਿਰ ਆਪਣੀ ਮਾਤਾ ਨੂੰ ਵੇਖ ਕੇ ਮੇਰਾ ਹੌਸਲਾ ਹੋਰ ਜ਼ਿਆਦਾ ਵੱਧ ਗਿਆ, ਮੇਰੇ ਫਾਦਰ ਸਾਹਿਬ ਨੂੰ ਵੇਖ ਕੇ ਮੇਰਾ ਹੌਸਲਾ ਹੋਰ ਜ਼ਿਆਦਾ ਵੱਧ ਗਿਆ। ਫਿਰ ਮੈਂ ਕਿਸੇ ਗੱਲੋਂ ਵੀ ਮਤਲਬ ਕਿ ਡੋਲਿਆ ਨਹੀਂ ਹੈਗਾ, ਕਿਉਂਕਿ ਜਦੋਂ ਮਾਪੇ ਹੀ ਨਾਲ ਹੋਣ, ਮਾਪੇ ਰੱਬ ਰੂਪ ਨਾਲ ਹੋਣ, ਫਿਰ ਕਿਸੇ ਚੀਜ਼ ਦੀ ਪਰਵਾਹ ਹੀ ਨਹੀਂ ਹੁੰਦੀ ਹੈਗੀ। ਡਟੇ ਰਹੋਗੇ ਫਿਰ? ਹਾਂ ਬਿਲਕੁਲ ਡਟੇ ਹੋਏ ਆ। ਇੱਥੇ ਹੀ ਸੌਂਦੇ ਆ, ਇੱਥੇ ਹੀ ਉੱਠਦੇ ਆ, ਇੱਥੇ ਹੀ ਜਿੰਨਾ ਚਿਰ ਫਤਿਹ ਨਹੀਂ ਹੁੰਦਾ ਇੱਥੇ ਹੀ ਰਵਾਂਗੇ। ਰਾਤ ਵੀ ਇੱਥੇ ਸੀਗੇ, ਸਵੇਰ ਦੇ ਵੀ ਇੱਥੇ ਹੀ ਆ, ਰਾਤ ਵੀ ਇੱਥੇ ਹੀ ਰਵਾਂਗੇ। 24 ਘੰਟੇ ਦਾ ਕੰਟੀਨਿਊ ਚੱਲੇਗਾ ਇਹ ਧਰਨਾ ਪ੍ਰੋਟੈਸਟ। ਸਾਡਾ ਹੈਗਾ ਆ, ਸਾਡੇ ਹੱਕਾਂ ਦੀ ਲੜਾਈ ਆ, ਆਉਣ ਵਾਲੇ ਪੀੜ੍ਹੀਆਂ ਦਾ ਭਲਾ ਹੈ ਇਹਦੇ ਵਿੱਚ, ਉਹਨਾਂ ਵਾਸਤੇ ਲੜ ਰਹੇ ਆ, ਲੜਦੇ ਰਵਾਂਗੇ। ਸਾਡੇ ਬਜ਼ੁਰਗ ਵੇਖ ਸਕਦੇ ਹੋ ਚਾਰ ਚੁਫੇਰੇ ਬੈਠੇ ਹੋਏ ਨੇ, ਉਹਨਾਂ ਦੇ ਹੌਸਲੇ ਬੁਲੰਦ ਨੇ, ਤੇ ਅਸੀਂ ਕਿਵੇਂ ਹੌਸਲੇ ਛੱਡ ਜਾਵਾਂਗੇ? ਕਹਿੰਦੇ ਕਿ ਐਸਡੀਐਮ ਨੂੰ ਬਚਾ ਰਹੀ ਹੈ ਸਰਕਾਰ। ਹਾਂ ਰਾਈਟ ਬਣਦਾ, ਕੀ ਨਾ ਰਾਈਟ ਹੈਗਾ, ਐਸਡੀਐਮ ਨੂੰ ਸਰਕਾਰ ਬਚਾ ਰਹੀ ਹੈ, ਕਿਉਂਕਿ ਸਰਕਾਰ ਅਗਰ ਐਸਡੀਐਮ ਦੇ ਉੱਤੇ ਕਾਰਵਾਈ ਕਰਦੀ ਹੈ ਤੇ ਸਰਕਾਰ ਦੇ ਸਾਰੇ ਪੋਲ ਖੁੱਲ੍ਹਦੇ ਨੇ, ਖੱਟਰ ਸਰਕਾਰ ਦੇ ਪੋਲ ਖੁੱਲ੍ਹਦੇ ਨੇ। ਉਹਦੇ ਵਿੱਚ ਕੀ ਪਤਾ ਲੱਗਦਾ DCSP ਵੀ ਕਵਰ ਹੋਣ, IG ਰੇਂਜ ਦੀ ਮੈਡਮ ਵੀ ਕਵਰ ਹੋਵੇ, ਐਸਡੀਐਮ ਦੇ ਵਿੱਚ ਕੌਣ ਕਵਰ ਨੇ। ਇਸ ਕਰਕੇ ਉਹਨੂੰ ਬਚਾਇਆ ਜਾ ਰਿਹਾ, ਲੇਕਿਨ ਉਹ ਅਸੀਂ ਬਚਣ ਦੇਣਾ ਹੀ ਨਹੀਂਗਾ। ਅਸੀਂ ਇਸ ਕਰਕੇ ਹੀ ਸਚਿਵਾਲਿਆ ਦਾ ਘਿਰਾਓ ਕੀਤਾ ਹੈ। ਜਿੰਨਾ ਚਿਰ ਉੱਤੇ ਕਾਰਵਾਈ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇੱਥੋਂ ਉੱਠਣਾ ਨਹੀਂਗਾ ਹੈਗਾ। ਇਹ ਸੈਕਿੰਡ ਸਿੰਘੂ ਬਾਰਡਰ ਕਰਨਾਲ ਦਾ ਸਚਿਵਾਲਿਆ ਬਣ ਜਾਏਗਾ। ਹੁਣ ਪੱਕੇ ਮਕਾਨ ਵੀ ਪੈਣੇ ਸ਼ੁਰੂ ਹੋ ਗਏ ਨੇ ਇੱਥੇ, ਤਾਂ ਇੱਟਾਂ ਵਾਲੇ ਨਹੀਂ, ਬਾਕੀ ਦੂਜੇ ਗਰੇਲਾਂ ਐਂਗਲਾਂ ਲਾ ਕੇ ਪੱਕੇ ਮਜ਼ਬੂਤ ਪੋਲੀਥੀਨ ਲਾ ਕੇ ਬਣਾਏ ਜਾ ਰਹੇ ਨੇ ਪੱਕੇ ਮਕਾਨ। ਹਾਂਜੀ ਤੁਹਾਨੂੰ ਪਤਾ ਹੀ ਆ ਕਿ ਜਿੱਥੇ ਪਈ ਰਾਤ ਉੱਥੇ ਤਵਾ ਪਰਾਤ, ਫਿਰ ਜਿੱਥੇ ਬਹਿ ਗਏ ਆ ਫਿਰ ਉੱਥੇ ਹੀ ਸਾਰਾ ਕੁਝ ਹੋਣਾ ਹੈ। ਜਿੱਥੇ ਬਹਿ ਗਏ ਆ ਇੱਥੇ ਜੰਗਲਾਂ 'ਚ ਮੰਗਲ ਨੇ, ਠੀਕ ਹੈ ਜੀ। ਕੋਈ ਪਰਵਾਹ ਕੋਈ ਨਹੀਂ, ਟੈਨਸ਼ਨ ਨਹੀਂ ਕੋਈ ਨਹੀਂ। ਬਾਬੇ ਨਾਨਕ ਦਾ ਲੰਗਰ ਜਿਹੜਾ ਆ ਉਹ ਫੁੱਲ ਕਿਰਪਾ ਆ, ਚੜ੍ਹਦੀ ਕਲਾ ਚੱਲਦਾ ਆ। ਜਿੱਥੇ ਮਰਜ਼ੀ ਵੇਖ ਲਓ, ਜਿੱਥੇ ਵੀ ਸਰਕਾਰਾਂ ਜੋ ਮਰਜ਼ੀ ਕਰ ਲੈਣ, ਲੇਕਿਨ ਅਸੀਂ ਕਾਲੇ ਕਾਨੂੰਨ ਜਿਹੜੇ ਨੇ ਰੱਦ ਕਰਵਾ ਕੇ ਛੱਡਾਂਗੇ। ਸਾਨੂੰ 600 ਸ਼ਹਾਦਤਾਂ ਜੋ ਹੋਈਆਂ ਨੇ ਉਹ ਭੁੱਲਦੀਆਂ ਨਹੀਂ, ਸਾਡੇ ਜ਼ਿਹਨ ਵਿੱਚ ਨੇ। ਉਹ ਸਾਨੂੰ ਹਜੇ ਜ਼ਖਮ ਜਿਹੜੇ ਨੇ ਸਾਡੇ ਅੱਲੇ ਹੋ ਜਾਂਦੇ ਨੇ ਜਦੋਂ ਸਾਡੇ ਉੱਤੇ ਲਾਠੀ ਚਾਰਜ ਕਰਦੇ ਨੇ। ਜਦੋਂ ਸਾਡਾ ਕਿਸਾਨ ਵੀਰ ਸ਼ਹੀਦ ਹੁੰਦਾ ਹੈ ਨਾ, ਸਾਨੂੰ ਉਹੀ ਦਰਦ ਫਿਰ ਜਾਗ ਜਾਂਦੇ ਨੇ। ਸਾਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੀ, ਛੋਟੇ ਸਾਹਿਬਜ਼ਾਦਿਆਂ ਦੀ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਮੁੜ ਯਾਦ ਆਉਂਦੀ ਆ। ਦੇਖ ਰਹੇ ਸੀ ਸਟੇਜ ਦੇ ਉੱਪਰ ਤੁਸੀਂ ਜਦੋਂ ਖੜੇ ਸੀਗੇ, ਤੁਹਾਨੂੰ ਕਿਸੇ ਨੇ ਮਾਇਆ ਦਿੱਤੀ, ਮੈਨੂੰ ਲੱਗਦਾ 25-30 ਹਜ਼ਾਰ ਰੁਪਏ ਇਕੱਠੇ ਹੋ ਗਏ ਸੀਗੇ, ਤੁਸੀਂ ਸਾਰੇ ਲੰਗਰ 'ਚ ਡੋਨੇਟ ਕਰਤੇ। ਹਾਂਜੀ ਬਸ ਮੇਰੀ ਥਿੰਕਿੰਗ ਨਹੀਂ ਹੈਗੀ ਕਿ ਮੈਂ ਕੋਈ ਇਹ ਨਾ ਮੈਨੂੰ ਕਹਿ ਦੇ ਕਿ ਗੁਰਜੰਟ ਜਿਹੜਾ ਹੈਗਾ ਕਿ ਇਹਨਾਂ ਸੱਟਾਂ ਦਾ ਫਾਇਦਾ ਚੁੱਕ ਰਿਹਾ ਹੈਗਾ, ਪੈਸਾ ਅਗਰਾ ਕਰ ਰਿਹਾ। ਭਾਈ ਸਾਹਿਬ ਹੋਰਾਂ ਨੇ, ਮੇਰੇ ਦੋਸਤਾਂ ਨੇ ਮੈਨੂੰ ਕੁਛ ਰਾਸ਼ੀ ਇਕੱਠੀ ਕਰਕੇ ਦਿੱਤੀ, ਉਹ ਵੀ ਮੈਂ ਲੰਗਰ 'ਚ ਕਿਹਾ। ਭੈਣ ਜੀ ਹੋਰੀ ਆਏ ਹੋਏ ਸਨ ਪੰਜਾਬ ਤੋਂ, 25,000 ਦਾ ਚੈੱਕ ਉਹਨਾਂ ਨੇ ਦਿੱਤਾ, ਉਹ ਵੀ ਮੈਂ ਲੰਗਰ ਦੇ ਵਿੱਚ ਉੱਥੇ ਹੀ ਦਿੱਤਾ। ਕੱਲ੍ਹ ਨੂੰ ਕੋਈ ਇਹ ਨਾ ਕਹੇ ਕਿ ਆਪਣੇ ਘਰ ਲੈ ਗਿਆ। ਸਾਨੂੰ ਸ਼ੌਂਕ ਨਹੀਂ ਹੈਗਾ ਡੰਡੇ ਖਾਣ ਤੇ ਨਾ ਹੀ ਸਾਨੂੰ ਸ਼ੌਂਕ ਹੈ ਜੇ ਪੈਸੇ ਦੀ ਸਾਨੂੰ ਹੋਇਆ। ਠੀਕ ਹੈ, ਮਾਇਆ ਹੈਗੀ ਆ, ਉਹਨਾਂ ਦੀ ਕਮਾਈ ਹੋਈ ਆ, ਉਹਨਾਂ ਸਾਡਾ ਮਾਣ ਸਨਮਾਨ ਕੀਤਾ, ਉਹਨਾਂ ਦਾ ਅਸੀਂ ਸਤਿਕਾਰ ਕਰਨੇ ਆ। ਵਾਹਿਗੁਰੂ ਜਿਹੜਿਆਂ ਖਜ਼ਾਨਿਆਂ ਵਿੱਚੋਂ ਮਾਇਆ ਆਈ ਸੀ ਉਹ ਖਜ਼ਾਨੇ ਭਰਪੂਰ ਕਰਨਾ, ਉਸ ਪਰਿਵਾਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣਾ। ਸੋ ਗੁਰਜੰਟ ਸਿੰਘ ਉਹੀ ਬਹਾਦਰ ਨੌਜਵਾਨ ਆ ਜਿਸ ਦੇ ਸੱਟਾਂ ਵੱਜੀਆਂ ਸੀ। ਵੀਡੀਓ ਗੁਰਜੰਟ ਦਾ ਬਹੁਤ ਵਾਇਰਲ ਹੋਇਆ। ਪੁਲਿਸ ਦੇ ਮੁਲਾਜ਼ਮ ਬਸਤਾੜਾ ਟੋਲ ਪਲਾਜ਼ੇ ਤੇ ਜਦੋਂ ਡਾਂਗਾ ਮਾਰ ਰਹੇ ਸੀ ਤਾਂ ਗੁਰਜੰਟ ਭੱਜਿਆ ਨਹੀਂ। ਪੁਲਿਸ ਕਹਿ ਰਹੀ ਸੀ ਕਿ ਭੱਜਿਆ ਨਹੀਂ ਗੁਰਜੰਟ, ਔਰ ਗੁਰਜੰਟ ਦੀ ਅੱਖ ਦੀ ਰੋਸ਼ਨੀ ਬਹੁਤ ਘਟ ਗਈ ਆ ਉਹਨਾਂ ਸੱਟਾਂ ਤੋਂ ਬਾਅਦ। ਪਰ ਗੁਰਜੰਟ ਦਾ ਹੌਸਲਾ ਬਾਕਮਾਲ ਹੈ, ਗੁਰਜੰਟ ਦਾ ਜ਼ਬਰਦਸਤ ਹੌਸਲਾ ਹੈ, ਡਟ ਕੇ ਫਿਰ ਬੈਠਾ, ਫਿਰ ਧਰਨੇ ਦੇ ਵਿੱਚ ਆ ਗਿਆ। ਕਿਉਂਕਿ ਹਸਪੀਟਲ ਦੇ ਵਿੱਚ ਐਡਮਿਟ ਸੀ ਗੁਰਜੰਟ, ਉੱਥੋਂ ਨਿਕਲ ਕੇ ਹਸਪੀਟਲ 'ਚੋਂ ਹੁਣ ਧਰਨੇ ਦੇ ਵਿੱਚ ਬੈਠਾ। ਤਾਂ ਕਹਿੰਦੇ ਕਿ ਜਦੋਂ ਤੱਕ ਇਹ ਧਰਨਾ ਚੱਲੇਗਾ ਗੁਰਜੰਟ ਵੀ ਇੱਥੇ ਡਟਿਆ ਰਹੇਗਾ। ਕੈਮਰਾ ਪਰਸਨ ਮਨਪ੍ਰੀਤ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ TV, ਕਰਨਾਲ।